ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਤਾਪ ਸੂਰਜ ਗ੍ਰੰਥ, ਜਿਸ ਨੂੰ ਸਿੱਖ ਧਰਮ ਵਿੱਚ ਬਹੁਤ ਉੱਚੇ ਦਰਜੇ 'ਤੇ ਬਿਠਾਇਆ ਗਿਆ ਹੈ, ਉਸ ਦੇ ਵਿੱਚੋਂ ਇਤਿਹਾਸਕ ਇੱਕ ਘਟਨਾ ਜੋ ਕਿ ਬਹੁਤ ਮਸ਼ਹੂਰ ਹੈ, ਉਸ ਦੇ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ। ਉਹ ਘਟਨਾ ਹੈ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਕੌਲਾਂ, ਬੀਬੀ ਕੌਲਾਂ ਦਾ ਜੋ ਪ੍ਰਸੰਗ ਹੈ। ਇਸ ਪ੍ਰਸੰਗ ਦਾ ਆਧਾਰ ਜੋ ਹੈ ਉਹ ਹੈ ਕਿ ਇੱਕ ਸਿੱਖ ਕਾਬਲ ਦੇ ਰਹਿਣ ਵਾਲਾ ਆਪਣੇ ਦਸਵੰਧ ਵਿੱਚੋਂ 1 ਲੱਖ ਰੁਪਏ ਦਾ ਘੋੜਾ ਖਰੀਦ ਕੇ ਲਿਆਇਆ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਕਰਨ ਦੇ ਲਈ। ਉਸ ਘੋੜੇ ਨੂੰ ਰਾਹ ਦੇ ਵਿੱਚ ਸਮੇਂ ਦੇ ਹਾਕਮ, ਸਮੇਂ ਦਾ ਰਾਜਾ ਸ਼ਹਿਨਸ਼ਾਹ ਸ਼ਾਹਜਹਾਨ, ਜੋ ਕਿ ਇਸ ਲਿਖਾਰੀ ਨੇ ਲਿਖਿਆ ਹੈ, ਉਸ ਦੇ ਸਿਪਾਹੀ ਖੋਹ ਕੇ ਲੈ ਜਾਂਦੇ ਹਨ ਅਤੇ ਸ਼ਾਹਜਹਾਨ ਦੇ ਕੋਲ ਉਹ ਘੋੜਾ ਪੇਸ਼ ਕਰਦੇ ਹਨ। ਘੋੜਾ ਬਹੁਤ ਸੁੰਦਰ ਸੀ, ਪਰ ਸ਼ਾਹਜਹਾਨ ਦੇ ਕੋਲ ਜਾਂਦਾ ਏ ਘੋੜਾ ਬਿਮਾਰ ਹੋ ਜਾਂਦਾ, ਉਸ ਦੀ ਇੱਕ ਲੱਤ ਖਰਾਬ ਹੋ ਜਾਂਦੀ ਹੈ। ਖਰਾਬ ਹੋਇਆ ਜਾਣ ਕੇ ਸ਼ਾਹਜਹਾਨ ਉਹ ਘੋੜਾ ਆਪਣੇ ਇੱਕ ਕਾਜ਼ੀ ਨੂੰ, ਰੁਸਤਮ ਖਾਂ ਕਾਜ਼ੀ ਨੂੰ ਦੇ ਦਿੰਦੇ ਹਨ ਕਿ ਤਬੇਲੇ ਵਿੱਚ ਘੋੜਾ ਰਿਹਾ ਅਤੇ ਇਸ ਨੂੰ ਦੇਖ ਕੇ ਇਸ ਦੀ ਲਾਗ ਤੋਂ ਦੂਸਰੇ ਘੋੜੇ ਵੀ ਬਿਮਾਰ ਹੋ ਸਕਦੇ ਹਨ। ਰੁਸਤਮ ਖਾਂ ਕਾਜ਼ੀ ਉਹ ਹੈ ਜਿਹੜਾ ਸ਼ਾਹਜਹਾਨ ਨੂੰ ਕੁਰਾਨ ਦਾ ਪਾਠ ਪੜ੍ਹਾਉਂਦਾ ਹੈ, ਕੁਰਾਨ ਬਾਰੇ ਜਾਣਕਾਰੀ ਦਿੰਦਾ ਹੈ। ਰੁਸਤਮ ਖਾਂ ਕਾਜ਼ੀ ਘੋੜਾ ਲੈ ਕੇ ਬਹੁਤ ਖੁਸ਼ ਹੋਇਆ। ਦੂਸਰੇ ਪਾਸੇ ਉਹ ਸਿੱਖ ਜੋ ਕਾਬਲ ਤੋਂ ਆਇਆ ਸੀ, ਉਹ ਬਹੁਤ ਹੀ ਉਦਾਸਿਆ ਹੋਇਆ, ਦੁਖੀ ਮਨ ਨਾਲ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਜਾਂਦਾ ਹੈ। ਗੁਰੂ ਸਾਹਿਬ ਉਸ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਪੁੱਛਦੇ ਹਨ ਕਿ ਤੇਰਾ ਕੀ ਨੁਕਸਾਨਿਆ ਗਿਆ, ਤੇਰਾ ਕੀ ਕੰਮ ਖਰਾਬ ਹੋਇਆ ਜਿਹੜਾ ਤੂੰ ਇਸ ਤਰ੍ਹਾਂ ਉਦਾਸਿਆ ਹੋਇਆ ਖੜਾ। ਉਹ ਸਿੱਖ ਦੱਸਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਦਸਵੰਧ ਵਿੱਚੋਂ ਤੁਹਾਡੀ ਭੇਟਾ ਵਾਸਤੇ ਇੱਕ ਬਹੁਤ ਵਧੀਆ 1 ਲੱਖ ਰੁਪਏ ਦਾ ਘੋੜਾ ਖਰੀਦ ਕੇ ਲਿਆਇਆ ਸੀ, ਪਰ ਸਮੇਂ ਦੀ ਹਕੂਮਤ ਦੇ ਸਿਪਾਹੀਆਂ ਨੇ ਉਹ ਘੋੜਾ ਮੇਰੇ ਕੋਲੋਂ ਖੋਹ ਕੇ ਆਪਣੇ ਤਬੇਲੇ ਵਿੱਚ ਬੰਨ੍ਹ ਲਿਆ ਹੈ। ਇਸ ਕਰਕੇ ਮੈਂ ਬਹੁਤ ਹੀ ਉਦਾਸ ਹਾਂ ਕਿ ਮੇਰੀ ਸ਼ਰਧਾ, ਜਿਹੜੀ ਮੈਂ ਸ਼ਰਧਾ ਨਾਲ ਭੇਟਾ ਤੁਹਾਡੇ ਲਈ ਲੈ ਕੇ ਆਇਆ ਸੀ, ਉਹ ਭੇਟਾ ਤੁਹਾਡੇ ਤੱਕ ਪੁੱਜ ਨਹੀਂ ਸਕੀ। ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਿੱਖ ਨੂੰ ਹੌਸਲਾ ਦਿੱਤਾ ਕਿ ਤੂੰ ਕਿਸੇ ਤਰ੍ਹਾਂ ਦਾ ਮਨ ਵਿੱਚ ਤੌਖਲਾ ਨਾ ਰੱਖ, ਜਿਹੜੀ ਸਾਡੀ ਚੀਜ਼ ਹੈ, ਜਿਹੜੀ ਗੁਰੂ ਦੀ ਚੀਜ਼ ਹੈ, ਸਤਿਗੁਰ ਦੀ ਚੀਜ਼ ਹੈ, ਉਹ ਸਤਿਗੁਰੂ ਕੋਲ ਪਹੁੰਚ ਜਾਵੇਗੀ। ਇਸ ਨਾਲ ਉਸ ਸਿੱਖ ਨੂੰ ਹੌਸਲਾ ਹੋਇਆ। ਉਧਰ ਕਾਜ਼ੀ ਨੂੰ ਜਦੋਂ ਘੋੜਾ ਮਿਲਿਆ, ਉਹ ਕਾਜ਼ੀ ਘੋੜੇ ਨੂੰ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਉਸ ਦਾ ਰਸਤਾ ਇਹੋ ਹੀ ਸੀ, ਉਸਨੇ ਜਿੱਥੇ ਕੈਂਪ ਲੱਗਾ ਹੋਇਆ ਸੀ, ਡੇਰਾ ਸੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ, ਉੱਥੋਂ ਦੀ ਗੁਜ਼ਰਨਾ ਸੀ। ਗੱਲ ਨੂੰ ਸਮਝ ਲਈਏ ਕਿ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਵਿੱਚ ਉਹਨਾਂ ਨੇ ਡੇਰਾ ਲਾਇਆ ਹੋਇਆ ਸੀ, ਔਰ ਇਹ ਕਾਜ਼ੀ ਵੀ ਲਾਹੌਰ ਦਾ ਹੀ ਸੀ, ਅਤੇ ਸ਼ਹਿਨਸ਼ਾਹ ਜੋ ਸ਼ਾਹਜਹਾਨ ਹੈ ਉਹ ਵੀ ਲਾਹੌਰ ਵਿੱਚ ਹੀ ਅਟਕਿਆ ਹੋਇਆ ਸੀ। ਕਿਉਂਕਿ ਇਸ ਕਹਾਣੀ ਸ਼ੁਰੂਆਤ ਹੋਣ ਤੋਂ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ ਜਹਾਂਗੀਰ ਜੋ ਮੁਗਲ ਬਾਦਸ਼ਾਹ ਸੀ, ਉਹ ਕਸ਼ਮੀਰ ਤੋਂ ਆਉਂਦਾ ਹੋਇਆ ਰਸਤੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਉਸ ਦੀ ਜਗ੍ਹਾ ਜੋ ਹੈ ਉਸ ਦਾ ਪੁੱਤਰ ਸ਼ਾਹਜਹਾਂ ਰਾਜ ਗੱਦੀ 'ਤੇ ਬੈਠਦਾ ਹੈ। ਉਸ ਸਮੇਂ ਦੀ ਇਹ ਘਟਨਾ ਇਸ ਕਿਤਾਬ ਵਿੱਚ, ਇਸ ਗ੍ਰੰਥ ਵਿੱਚ ਲਿਖੀ ਹੋਈ ਹੈ। ਇਸ ਅਨੁਸਾਰ, ਕਿਉਂਕਿ ਜਹਾਂਗੀਰ ਦੀ ਜੋ ਮੌਤ ਹੈ ਉਹ ਅਕਤੂਬਰ 1627 ਈਸਵੀ ਨੂੰ ਹੁੰਦੀ ਹੈ, ਅਤੇ ਜੋ ਸ਼ਾਹਜਹਾਂ ਦੀ ਜੋ ਰਾਜਗੱਦੀ 'ਤੇ ਬੈਠਣ ਦੀ ਤਰੀਕ ਹੈ ਉਹ ਫਰਵਰੀ 1628 ਹੈ।
ਤੇ ਇਹ ਘਟਨਾ ਨੂੰ ਜੇ ਇਸ ਗ੍ਰੰਥ ਦੇ ਅਨੁਸਾਰ ਸਮਝਿਆ ਜਾਵੇ ਤਾਂ ਇਹ 1628 ਜਾਂ ਉਸ ਤੋਂ ਬਾਅਦ ਦੀ ਘਟਨਾ ਹੈ, ਜੋ ਕਿ ਆਮ ਤੌਰ 'ਤੇ ਸਿੱਖ ਸੰਗਤਾਂ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਭਾਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅਨੇਕਾਂ ਕਮੀਆਂ ਹਨ, ਪਰ ਇਹ ਸਾਡਾ ਇਤਿਹਾਸ ਦਾ ਸਭ ਤੋਂ ਵੱਡਾ ਸੋਰਸ ਹੈ, ਇੱਕ ਆਧਾਰ ਹੈ। ਪਰ ਮੈਂ ਜਿੱਥੋਂ ਤੱਕ ਇਸ ਨੂੰ ਪੜ੍ਹਿਆ ਹੈ, ਜਾਣਿਆ ਹੈ, ਮੈਨੂੰ ਇਹ ਆਧਾਰ ਅਧੂਰਾ, ਗਲਤ ਔਰ ਗੁੰਮਰਾਹਕੁਨ ਲੱਗਾ ਹੈ। ਇਸੇ ਘਟਨਾ ਨੂੰ ਵਾਚ ਲਈਏ, ਸਮਝ ਲਈਏ ਤਾਂ ਅਗਰ ਇਹ ਘਟਨਾ ਸਨ 1628 ਈਸਵੀ ਦੀ ਹੈ, ਦੂਜੇ ਪਾਸੇ ਅੱਗੇ ਇਸੇ ਇਤਿਹਾਸ ਵਿੱਚ ਅੱਗੇ ਅਸੀਂ ਦੇਖਾਂਗੇ ਕਿ ਜਦੋਂ 5 ਬੱਚੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੋ ਗਏ, ਭਾਵ ਅਭੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ ਜਨਮ ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਜੋ ਮਾਤਾ ਕੌਲਾਂ ਗੁਰੂ ਸਾਹਿਬ ਦੇ ਮਹਿਲਾਂ ਵਿੱਚ ਜਾਂਦੇ ਹਨ, ਉੱਥੇ ਬੱਚਿਆਂ ਨੂੰ ਵਧਾਈ ਦੇਣ ਜਾਂ ਦੇਖਣ ਉਸ ਪਰਿਵਾਰ ਨੂੰ ਜਾਂਦੇ ਹਨ। ਭਾਵ ਜੋ 1619 ਤੋਂ ਲੈ ਕੇ 20 ਈਸਵੀ ਤੱਕ, ਭਾਵ 16 ਤੋਂ 21 ਤੋਂ ਪਹਿਲਾਂ 1621 ਈਸਵੀ ਤੋਂ ਪਹਿਲਾਂ ਮਾਤਾ ਕੌਲਾਂ ਨੂੰ ਉਸ ਘਰ ਵਿੱਚ ਜਾਂਦੇ ਦਿਖਾਇਆ ਗਿਆ ਹੈ। ਅੱਗੇ ਆਪਾਂ ਇਤਿਹਾਸ ਵਿੱਚ ਦੇਖਾਂਗੇ। ਜੇਕਰ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਕੌਲਾਂ ਦਾ ਮਿਲਾਪ ਹੀ ਸਨ 1628 ਈਸਵੀ ਵਿੱਚ ਹੋਇਆ ਤਾਂ ਉਹ 1619 ਜਾਂ 20 ਈਸਵੀ ਨੂੰ 8 ਸਾਲ 9 ਸਾਲ ਪਹਿਲਾਂ ਉਹ ਕਿਵੇਂ ਉਸ ਘਰ ਜਾ ਸਕਦੇ ਹਨ? ਭਾਵ ਸਾਰਾ ਹੀ ਇਮੇਜਨਰੀ ਹੈ, ਇੱਕ ਸਿਰਫ ਖਿਆਲੀ ਪੁਲਾਓ ਹੈ, ਸੱਚਾਈ ਇਸ ਵਿੱਚ ਕੁਝ ਨਹੀਂ ਹੈ। ਤੋ ਇਸ ਕਰਕੇ ਇਤਿਹਾਸਕ ਪੱਖ ਤੋਂ ਵੀ ਬਹੁਤ ਸਾਰੀਆਂ ਤਰੁੱਟੀਆਂ ਨੇ। ਕੁਛ ਵੀ ਜਿੱਥੋਂ ਤੱਕ ਗੁਰਮਤਿ ਦੀ ਗੱਲ ਹੈ, ਗੁਰਮਤਿ ਵਿਧਾਨ ਦੀ ਗੱਲ ਹੈ, ਉੱਥੇ ਤਾਂ ਪੂਰਾ ਰੱਦੋ ਹੀ ਰੱਦ ਹੈ, ਕਿਉਂਕਿ ਕਿਤੇ ਵੀ ਇੱਕ ਜਗ੍ਹਾ ਵੀ ਚੰਗੀ ਤਰ੍ਹਾਂ ਗੁਰਮਤਿ ਦੀ ਗੱਲ ਨਹੀਂ ਕੀਤੀ। ਜੇ ਕਿਸੇ ਜਗ੍ਹਾ ਗੁਰੂ ਸਾਹਿਬ ਦੀ ਉਸਤਤ ਕੀਤੀ ਹੈ, ਵਡਿਆਈ ਕੀਤੀ ਹੈ, ਉਹ ਉਸਤਤ ਇੰਨੀ ਜ਼ਿਆਦਾ ਕੀਤੀ ਹੈ, ਵਡਿਆਈ ਇੰਨੀ ਜ਼ਿਆਦਾ ਕੀਤੀ ਹੈ, ਔਰ ਉਹ ਇੱਕ ਗੁੰਮਰਾਹਕੁਨ ਵਡਿਆਈ ਹੈ, ਕਿਉਂਕਿ ਉਸ ਤੋਂ ਅੱਗੇ ਵਡਿਆਈ ਕਰਦੇ ਕਰਦੇ ਅਚਾਨਕ ਇਹੋ ਜਿਹਾ ਲਿਖਾਰੀ ਮੋੜ ਕੱਟਦਾ ਹੈ ਕਿ ਗੁਰੂ ਸਾਹਿਬ ਦੀ ਤੋਹੀਨ ਜਿੰਨੀ ਕਰ ਸਕਦਾ ਹੈ ਉਹ ਕਰਦਾ ਹੈ। ਹੁਣ ਇਸ ਕਹਾਣੀ ਵਿੱਚ ਅਸੀਂ ਨੁਕਤੇ ਦੇਖਾਂਗੇ, ਕਿੱਥੇ ਕਿੱਥੇ ਇਸ ਨੇ ਗੁਰੂ ਸਾਹਿਬ ਦੀ, ਬਾਬਾ ਬੁੱਢਾ ਜੀ ਦੀ, ਸਿੱਖਾਂ ਦੀ ਕਿੱਥੇ ਕਿੱਥੇ ਤੋਹੀਨ ਕੀਤੀ ਹੈ, ਅਸੀਂ ਦੇਖਦੇ ਜਾਵਾਂਗੇ। ਇਤਿਹਾਸਕ ਪੱਖ ਅਸੀਂ ਦੇਖ ਲਿਆ ਕਿ ਇਸ ਦੇ ਲਿਖੇ ਅਨੁਸਾਰ ਇਹ ਘਟਨਾ 1628 ਦੀ ਹੈ, ਪਰ ਅੱਗੇ ਇਤਿਹਾਸ ਨਾਲ ਇਹ ਕਿਤੇ ਮੇਲ ਨਹੀਂ ਖਾਂਦੀ, ਕਿਉਂਕਿ 1628 ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਜੰਗ ਜੋ ਸ਼ਾਹਜਹਾਨ ਦੇ ਫੌਜੀ ਟੁਕੜੀ ਨਾਲ ਹੁੰਦਾ ਅੰਮ੍ਰਿਤਸਰ ਵਿਖੇ, ਔਰ ਉਸ ਸਮੇਂ ਮਾਤਾ ਕੌਲਾਂ ਨੂੰ ਕਰਤਾਰਪੁਰ ਸ਼ਿਫਟ ਕਰ ਦਿੱਤਾ ਜਾਂਦਾ। ਉਸ ਤੋਂ ਪਹਿਲਾਂ ਕਈ ਵਰਸ ਬੀਬੀ ਕੌਲਾਂ, ਮਾਤਾ ਕੌਲਾਂ ਇਹ ਅੰਮ੍ਰਿਤਸਰ ਵਿਖੇ ਰਹੇ ਹਨ। ਇਹਦਾ ਮਤਲਬ ਇਹ ਜਿਹੜੀ ਇਤਿਹਾਸਕ ਤਰੀਕ ਲਿਖੀ ਹੋਈ ਹੈ ਬਿਲਕੁਲ ਸਰਾਸਰ ਕੋਰੀ ਝੂਠੀ ਹੈ। ਇਹ ਬਿਲਕੁਲ ਇਤਿਹਾਸ ਦੇ ਅਨੁਸਾਰ ਸਹੀ ਨਹੀਂ ਹੈ। ਹੁਣ ਉੱਧਰ ਆਈਏ, ਕਾਜੀ ਦਾ ਜਦੋਂ ਕੋਲ ਦੀ ਗੁਜ਼ਰ ਰਿਹਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਨੂੰ ਜਦੋਂ ਨੇੜੇ ਆਇਆ, ਇਸ ਡੇਰੇ ਦੇ ਘੋੜਾ ਹਿਣਕਿਆ ਤਾਂ ਸਿੱਖਾਂ ਨੇ ਦੇਖਿਆ, ਉਸ ਸਿੱਖ ਨੇ ਵੀ ਘੋੜੇ ਨੂੰ ਦੇਖਿਆ ਜਿਹੜਾ ਕਾਬਲ ਤੋਂ ਲੈ ਕੇ ਆਇਆ ਸੀ। ਉਸਨੇ ਗੁਰੂ ਸਾਹਿਬ ਨੂੰ ਕਿਹਾ, ਗੁਰੂ ਜੀ ਇਹੀ ਘੋੜਾ ਹੈ ਜਿਹੜਾ ਮੈਂ ਲੈ ਕੇ ਆਇਆ ਸੀ। ਤਾਂ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ, ਕਾਜੀ ਨੂੰ ਉੱਥੇ ਬੁਲਾਇਆ, ਕਾਜੀ ਨੂੰ ਪੁੱਛਿਆ ਇਹ ਘੋੜਾ ਕਿੱਥੋਂ ਆਇਆ, ਕਿੱਥੇ ਲੈ ਕੇ ਜਾ ਰਿਹਾ? ਕਾਜੀ ਨੇ ਪੂਰੀ ਕਹਾਣੀ ਸੁਣਾਈ। ਇਹ ਘੋੜਾ ਸ਼ਹਿਨਸ਼ਾਹ ਨੇ 1 ਲੱਖ ਰੁਪਏ ਦਾ ਬਾਹਰੋਂ ਖਰੀਦਿਆ ਸੀ, ਰੂਮ ਦੇਸ਼ 'ਚੋਂ ਖਰੀਦਿਆ ਸੀ, ਪਰ ਹੁਣ ਇਹ ਬਿਮਾਰ ਹੈ, ਇਸ ਕਰਕੇ ਇਹ ਘੋੜਾ ਸ਼ਹਿਨਸ਼ਾਹ ਨੇ ਮੈਨੂੰ ਭੇਟ ਕਰ ਦਿੱਤਾ, ਮੈਨੂੰ ਦਾਨ ਵਿੱਚ ਦੇ ਦਿੱਤਾ, ਤੇ ਮੈਂ ਹੁਣ ਇਸ ਨੂੰ ਲੈ ਕੇ ਜਾ ਰਿਹਾ। ਸ਼ਹਿਨਸ਼ਾਹ ਦਾ ਹੁਕਮ ਹੈ ਕਿ ਮੈਂ ਇਸ ਦਾ ਇਲਾਜ ਕਰਾਵਾਂ, ਜੇ ਮੈਂ ਵੇਚਣਾ ਚਾਹਾਂ ਤਾਂ ਵੇਚ ਸਕਦਾ। ਉਧਰ ਗੁਰੂ ਹਰਗੋਬਿੰਦ ਸਾਹਿਬ ਨੇ ਕਾਜੀ ਨੂੰ ਕਿਹਾ ਵੀ ਜੇ ਤੂੰ ਘੋੜਾ ਵੇਚਣਾ ਹੈ ਤਾਂ ਅਸੀਂ ਇਹ ਘੋੜਾ ਲੈ ਲੈਂਦੇ ਹਾਂ, ਤੈਨੂੰ 10,000 ਰੁਪਏ ਦੇਵਾਂਗੇ। ਕਾਜੀ ਸੋਚਣ ਲੱਗ ਗਿਆ ਵੀ ਘੋੜਾ ਬਿਮਾਰ ਹੈ, ਇੱਕ ਲੱਤ ਖਰਾਬ ਹੈ, ਹੁਣ 10,000 ਰੁਪਏ ਮਿਲਦੇ ਹਨ, ਉਦੋਂ ਬਾਅਦ 'ਚ ਪਤਾ ਨਹੀਂ ਘੋੜਾ ਠੀਕ ਹੋਵੇ ਜਾਂ ਨਾ ਹੋਵੇ, 10,000 ਮਿਲਦੇ ਹਨ, ਇਹੀ ਲਾਹੇ ਦੇ ਹਨ।
ਮੈਂ ਲੈ ਲੈਣਾ। ਗੱਲਬਾਤ ਹੋਈ, ਕਾਜੀ ਮੰਨ ਗਿਆ। ਗੁਰੂ ਸਾਹਿਬ ਨੇ ਫਿਰ ਕਿਹਾ, ਅੱਜ ਸਾਡੇ ਕੋਲ ਪੈਸੇ ਨਹੀਂ ਹਨ, ਅਸੀਂ ਤੈਨੂੰ ਕਾਗਜ਼ ਕਰ ਦਿੰਦੇ ਹਾਂ, ਅਸੀਂ ਕੁਝ ਸਮੇਂ ਵਿੱਚ ਤੁਹਾਨੂੰ ਪੈਸੇ ਕਰਕੇ ਦੇ ਦੇਵਾਂਗੇ। ਕਾਗਜ਼ ਲਿਖਿਆ ਗਿਆ। ਕਾਜੀ ਨੇ ਦੋ ਗੱਲਾਂ ਸਪਸ਼ਟ ਕੀਤੀਆਂ। ਇੱਕ, ਪਹਿਲੀ ਗੱਲ, ਮੈਨੂੰ ਪੈਸੇ ਜਲਦੀ ਚਾਹੀਦੇ ਹਨ। ਦੂਸਰੀ ਗੱਲ ਇਹ ਕਿ ਘੋੜਾ ਬਿਮਾਰ ਹੈ, ਕੱਲ੍ਹ ਨੂੰ ਕੋਈ 19 ਕੀ ਹੋ ਜਾਏ, ਇਹ ਤੁਹਾਡੀ ਜ਼ਿੰਮੇਵਾਰੀ ਹੈ, ਫਿਰ ਮੈਨੂੰ ਨਹੀਂ ਕਹਿਣਾ। ਭਾਵ ਘੋੜਾ ਤੁਹਾਨੂੰ ਵੇਚ ਦਿੱਤਾ, 10,000 ਰੁਪਏ ਮੈਨੂੰ ਮਿਲਣੇ ਚਾਹੀਦੇ ਆ। ਘੋੜਾ ਜੀਵੇ ਜਾਂ ਮਰੇ, ਇਹ ਮੇਰੀ ਜ਼ਿੰਮੇਵਾਰੀ ਨਹੀਂ ਹੈ। ਬਾਅਦ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ। ਗੁਰੂ ਸਾਹਿਬ ਨੇ ਕਿਹਾ, ਅਸੀਂ ਜ਼ਬਾਨ ਕਰ ਲਈ ਹੈ, ਜ਼ਬਾਨ ਦੇ ਪੱਕੇ ਹਾਂ, ਤੂੰ ਕਿਸੇ ਤਰ੍ਹਾਂ ਦੀ ਆਪਣੇ ਮਨ ਵਿੱਚ ਫਿਕਰ ਨਹੀਂ ਕਰਨੀ ਹੈ। ਕਾਜੀ ਕਾਗਜ਼ ਲਿਖਾ ਕੇ ਘਰ ਨੂੰ ਚਲਾ ਗਿਆ। ਕਾਫੀ ਦਿਨ ਇੰਤਜ਼ਾਰ ਕੀਤਾ। ਫਿਰ ਇੱਕ ਦਿਨ ਕਾਜੀ ਗੁਰੂ ਦੇ ਦਰਬਾਰ ਵਿੱਚ ਆਇਆ ਅਤੇ ਆਪਣੇ ਪੈਸਿਆਂ ਦੀ ਮੰਗ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਭਾਈ, ਤੇਰੇ ਪੈਸੇ ਹਾਲੇ ਤਿਆਰ ਨਹੀਂ ਹੋਏ, 2-3 ਹਜ਼ਾਰ ਰੁਪਈਆ ਸਾਡੇ ਕੋਲ ਹੈ, ਕਿਉਂਕਿ ਖਰਚੇ ਬਹੁਤ ਨੇ। ਅੰਮ੍ਰਿਤਸਰ ਵਿਖੇ ਵੀ ਲੰਗਰ ਚੱਲਦਾ, ਇੱਥੇ ਆਪਣੇ ਸਿਪਾਹੀਆਂ ਨੂੰ ਤਨਖਾਹ ਦੇਣੀ ਹੁੰਦੀ ਹੈ, ਇਸ ਕਰਕੇ ਜਦੋਂ ਤੇਰੇ ਪੈਸੇ ਹੋਏ ਤੈਨੂੰ ਦੇ ਦੇਵਾਂਗੇ। ਕਾਜੀ ਚਲਾ ਗਿਆ। ਉਹ ਕਹਿੰਦਾ ਵੀ ਅਗਲੀ ਵਾਰ ਆ ਕੇ ਮੈਂ ਪੈਸੇ ਲੈਣਾ। ਫਿਰ ਬਹੁਤ ਦਿਨ ਬਤੀਤ ਹੋ ਗਏ। ਫਿਰ ਇੱਕ ਦਿਨ ਉਹ ਆਇਆ ਪੈਸੇ ਲੈਣ। ਫਿਰ ਆਇਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਸਾਡੇ ਕੋਲ ਹਾਲੇ ਪੈਸੇ ਨਹੀਂ ਹੋਏ। ਤਾਂ ਕਾਜੀ ਕਾਫੀ ਗੁੱਸੇ ਹੋਇਆ, ਕਿਉਂਕਿ ਕੁਦਰਤੀ ਹੈ ਜਦੋਂ ਕਿਸੇ ਤੋਂ ਪੈਸੇ ਲੈਣੇ ਹੋਣ, ਇੱਕ ਫੇਰਾ ਪਿਆ, ਦੂਜਾ ਫੇਰਾ ਪੈ ਗਿਆ, ਇੰਝ ਲੱਗਦਾ ਵੀ ਅਗਲਾ ਆਪਣੀ ਗੱਲ ਤੋਂ ਮੁੱਕਰ ਨਾ ਜਾਵੇ, ਭਾਵ ਪੈਸੇ ਤੋਂ ਭੱਜ ਨਾ ਜਾਵੇ। ਉਹਨੂੰ ਬੇਭਰੋਸਗੀ ਜਿਹੀ ਹੋ ਗਈ ਅਤੇ ਇਸ ਕਰਕੇ ਉਹ ਗੁੱਸੇ 'ਚ ਬੋਲਿਆ ਵੀ ਭਾਈ ਠੀਕ ਹੈ, ਅੱਜ ਮੈਂ ਤੁਹਾਡੇ ਕਹਿਣ 'ਤੇ ਵਾਪਸ ਜਾਣਾ, ਪਰ ਅਗਲੀ ਵਾਰ ਜਦੋਂ ਮੈਂ ਆਇਆ ਉਸ ਵੇਲੇ ਮੈਂ ਪੈਸੇ ਲੈ ਕੇ ਜਾਵਾਂਗਾ, ਬਿਨਾਂ ਪੈਸੇ ਤੋਂ ਮੈਂ ਵਾਪਸ ਨਹੀਂ ਜਾਵਾਂਗਾ। ਤੀਜੀ ਵਾਰ ਫਿਰ ਕਾਜ਼ੀ ਆਇਆ। ਉਸ ਵੇਲੇ ਗੁਰੂ ਸਾਹਿਬ ਬਾਹਰ ਨਹੀਂ ਸਨ, ਉਹ ਤੰਬੂ ਵਿੱਚ ਆਰਾਮ ਕਰ ਰਹੇ ਸਨ। ਬਾਬਾ ਬੁੱਢਾ ਜੀ ਦਰਵਾਜ਼ੇ 'ਤੇ, ਤੰਬੂ ਦੇ ਦਰਵਾਜ਼ੇ 'ਤੇ ਬੈਠੇ ਸਨ। ਕਾਜੀ ਨੇ ਆ ਕੇ ਆਪਣੇ ਪੈਸੇ ਦੀ ਮੰਗ ਕੀਤੀ। ਬਾਬਾ ਬੁੱਢਾ ਜੀ ਨੇ ਕਿਹਾ ਕਿ ਪੈਸੇ ਗੁਰੂ ਸਾਹਿਬ ਆਰਾਮ ਕਰ ਰਹੇ, ਉਹ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ ਸੀ ਜੋ ਕਾਜੀ ਹੈ, ਪਰ ਬਾਬਾ ਬੁੱਢਾ ਜੀ ਨੇ ਕਿਹਾ ਹੁਣ ਤੁਸੀਂ ਉਹਨਾਂ ਨੂੰ ਨਹੀਂ ਮਿਲ ਸਕਦੇ, ਉਹ ਆਰਾਮ ਕਰ ਰਹੇ ਨੇ ਅਤੇ ਇਸ ਕਰਕੇ ਬਾਅਦ ਵਿੱਚ ਆਉਣਾ। ਕਾਜੀ ਬਹੁਤ ਗੁੱਸੇ ਹੋਇਆ। ਉਸਨੇ ਕਿਹਾ ਕਿ ਭਾਈ ਪੈਸੇ ਤਾਂ ਸਾਰੇ ਤੁਸੀਂ ਹਿਸਾਬ ਕਿਤਾਬ ਰੱਖਦੇ ਹੋ, ਉਹ ਆਰਾਮ ਕਰ ਰਹੇ, ਕੋਈ ਗੱਲ ਨਹੀਂ, ਤੁਸੀਂ ਮੈਨੂੰ ਪੈਸੇ ਦੇ ਦਿਓ। ਤਾਂ ਬਾਬਾ ਬੁੱਢਾ ਜੀ ਨੇ ਕਿਹਾ ਭਈ ਮੈਂ ਤਾਂ ਇੱਕ ਸੇਵਾਦਾਰ ਹਾਂ, ਇਹ ਮੈਂ ਸਾਰਾ ਕੁਛ, ਇਸ ਦੀ ਜ਼ਿੰਮੇਵਾਰੀ ਮੇਰੀ ਨਹੀਂ ਹੈ। ਉਹ ਮੈਨੂੰ ਕਹਿਣਗੇ, ਜਿੱਦਾਂ ਉਹ ਕਹਿਣਗੇ ਉੱਦਾਂ ਹੀ ਹੋਣਾ ਹੈ। ਭਾਵ ਉਸ ਨੂੰ ਪੈਸੇ ਕਾਜੀ ਨੂੰ ਨਹੀਂ ਮਿਲੇ। ਕਾਜੀ ਬਹੁਤ ਗੁੱਸੇ ਹੋਇਆ, ਇਤਨਾ ਗੁੱਸੇ ਹੋਇਆ ਕਿ ਮੈਂ ਵਾਰ-ਵਾਰ ਆਉਣਾ, ਵਾਪਸ ਜਾਣਾ ਪੈਂਦਾ। ਉਸਨੇ ਇਹ ਤੱਕ ਕਹਿ ਦਿੱਤਾ ਕਿ ਭਾਈ ਹੁਣ ਮੈਂ ਸ਼ਾਹਜਹਾਨ ਦੇ ਕੋਲ ਤੁਹਾਡੀ ਸ਼ਿਕਾਇਤ ਕਰਾਂਗਾ, ਹੁਣ ਮੈਂ ਜਵਾਈਆਂ ਵਾਂਗੂ ਪੈਸੇ ਲਵਾਂਗਾ। ਜਿਵੇਂ ਪੰਜਾਬੀ 'ਚ ਗਾਲਾਂ ਕੱਢਦੇ ਆ, ਮੈਂ ਜਵਾਈਆਂ ਵਾਂਗੂ ਜਵਾਈ ਬਣ ਕੇ ਪੈਸੇ ਲਵਾਂਗਾ। ਉਸ ਵੇਲੇ ਬਾਬਾ ਬੁੱਢਾ ਜੀ ਨੇ ਜਿਹੜੇ ਸ਼ਬਦ ਕਹੇ, ਕਵੀ ਨੇ ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਾਂਗੇ, ਬਾਬਾ ਬੁੱਢਾ ਜੀ ਨੇ ਐਸੇ ਸ਼ਬਦ ਉਹ ਕਦੀ ਕਹਿ ਹੀ ਨਹੀਂ ਸਕਦੇ। ਕਵੀ ਨੇ ਬਾਬਾ ਬੁੱਢਾ ਜੀ ਦੇ ਮੂੰਹ ਵਿੱਚੋਂ ਜਿਹੜੇ ਸ਼ਬਦ ਕਢਵਾਏ ਉਹ ਇਹ ਸਨ ਭਈ ਗੁਰੂ ਜੋ ਹੈ ਹਰਗੋਬਿੰਦ ਸਾਹਿਬ ਤੇਰੇ ਜਵਾਈ ਬਣ ਗਏ। ਜਦੋਂ ਤੂੰ ਆਪਣੀ ਧੀ ਉਹਨਾਂ ਨੂੰ ਦੇ ਦਿੱਤੀ, ਤਾਂ ਜਦੋਂ ਉਹ ਤੇਰੇ ਜਵਾਈ ਬਣ ਗਏ ਤਾਂ ਫਿਰ ਧੀਆਂ ਦੇ ਘਰੋਂ ਪੈਸੇ ਲਈਦੇ ਨੇ, ਉਹਨਾਂ ਨੂੰ ਪੈਸੇ ਦੇਈਦੇ ਹਨ। ਇਸ ਤਰ੍ਹਾਂ ਕਰਕੇ ਜਿੱਦਾਂ ਗਾਲੋ ਗਾਲੀ ਹੋਣਾ ਹੁੰਦਾ, ਇਸ ਤਰ੍ਹਾਂ ਹੋਏ। ਅਤੇ ਕਿਹਾ ਇਹ ਜਾਂਦਾ, ਕਵੀ ਇਹ ਕਹਿ ਰਿਹਾ ਜੀ, ਸਹਿਜ ਸੁਭਾਅ ਬਾਬਾ ਬੁੱਢਾ ਜੀ ਦੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲ ਗਈ। ਅਸਲ ਵਿੱਚ ਬਾਬਾ ਬੁੱਢਾ ਜੀ ਦੇ ਮੂੰਹ 'ਚੋਂ ਇਹ ਗੱਲ ਨਹੀਂ ਨਿਕਲੀ ਹੈ। ਕਵੀ ਨੇ ਬਾਬਾ ਬੁੱਢਾ ਜੀ ਦੀ ਬੇਇੱਜ਼ਤੀ ਕਰਨੀ ਸੀ, ਉਹਨਾਂ ਨੂੰ ਹੋਛਾ ਦਿਖਾਉਣਾ ਸੀ, ਉਹਨਾਂ ਨੂੰ ਅਕਲੋਂ ਖਾਲੀ ਦਿਖਾਉਣਾ ਸੀ। ਇਸ ਕਰਕੇ ਇਹ ਕਹਾਣੀ ਕਵੀ ਨੇ ਖੁਦ ਬਣਾਈ ਹੈ। ਨਹੀਂ ਤਾਂ 90 ਸਾਲ ਦਾ ਬਜ਼ੁਰਗ, 6 ਗੁਰੂ ਪਾਤਸ਼ਾਹੀਆਂ ਦੀ ਜਿਸ ਨੂੰ ਸੰਗਤ ਮਿਲੀ ਹੋਵੇ, ਉਹ ਅਗਰ ਇੱਕ ਬੰਦਾ ਅੱਗਿਓਂ ਇਸ ਤਰ੍ਹਾਂ ਖੜਵਾ ਬੋਲਦਾ, ਕਦੀ ਵੀ ਉਹ ਬਜ਼ੁਰਗ ਅੱਗਿਓਂ ਇਹ ਜਵਾਬ ਨਹੀਂ ਦਿੰਦੇ। ਨਾਲੇ ਉਦੋਂ
ਜਦੋਂ ਅਸੀਂ ਕਿਸੇ ਦੇ ਦੇਣਦਾਰ ਹੋਈਏ, ਜਦੋਂ ਅਸੀਂ ਆਪਣਾ ਵਾਅਦਾ ਪੂਰਾ ਨਾ ਕਰ ਸਕਦੇ ਹੋਈਏ, ਉਸ ਵੇਲੇ ਕਦੀ ਵੀ ਦੇਣਦਾਰ ਐਸੇ ਸ਼ਬਦ ਨਹੀਂ ਬੋਲਦਾ। ਪਰ ਇਸ ਕਵੀ ਨੇ ਬਾਬਾ ਬੁੱਢਾ ਜੀ ਦੀ ਸ਼ਖਸੀਅਤ ਨੂੰ ਦਾਗੀ ਕੀਤਾ। ਉਹਨਾਂ ਤੋਂ ਇਹੋ ਜਿਹੇ ਖਰਬੇ ਬੋਲ ਬੁਲਾਏ ਕਿ ਜਿਹੜੇ ਕਦੀ ਅਸੀਂ ਉਹਨਾਂ ਨੂੰ ਮੰਨ ਨਹੀਂ ਸਕਦੇ ਕਿ ਬਾਬਾ ਬੁੱਢਾ ਜੀ ਐਸੇ ਬੋਲ ਸਕਦੇ ਹਨ। ਇੱਥੇ ਹੀ ਬਸ ਨਹੀਂ, ਅੱਗੇ ਆਪਾਂ ਚਲੀਏ ਤੇ ਗੁਰੂ ਹਰਗੋਬਿੰਦ ਸਾਹਿਬ ਅੰਦਰ ਤੰਬੂ ਦੇ ਇਸ ਕਵੀ ਅਨੁਸਾਰ ਜਾਗ ਰਹੇ ਨੇ, ਸਾਰੀਆਂ ਗੱਲਾਂ ਸੁਣ ਰਹੇ ਨੇ। ਮਤਲਬ ਇੱਕ ਊਜ, ਇੱਕ ਜੋ ਤੋਹਮਤ ਇਹ ਗੁਰੂ ਦੇ ਉੱਤੇ ਲਾਉਣ ਦੀ ਵੀ ਇਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਗੁਰੂ ਮਖਰਾ ਹੋ ਕੇ ਅੰਦਰ ਲੰਮਾ ਪਿਆ ਰਿਹਾ, ਬੈਠਾ ਰਿਹਾ। ਲੈਣ ਵਾਲਾ ਉਹ ਘਰ ਲੈਣ ਆਇਆ ਪੈਸੇ, ਪਰ ਜਾਗਦੇ ਸੀ ਗੁਰੂ ਸਾਹਿਬ। ਜਾਣ ਬੁੱਝ ਕੇ ਗੁਰੂ ਸਾਹਿਬ ਤੰਬੂ ਦੇ ਵਿੱਚੋਂ ਬਾਹਰ ਨਹੀਂ ਆਏ ਕਿ ਉਸ ਨੂੰ ਪੈਸੇ ਮੈਨੂੰ ਦੇਣੇ ਪੈਣੇ ਜਾਂ ਮੈਂ ਉਸ ਨੂੰ ਕੀ ਜਵਾਬ ਦੇਵਾਂ, ਕਿਉਂਕਿ ਸਾਰੀ ਡੀਲਿੰਗ, ਸਾਰਾ ਹਿਸਾਬ ਕਿਤਾਬ ਘੋੜੇ ਦਾ ਕਾਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਹੋਇਆ ਸੀ। ਬਾਬਾ ਬੁੱਢਾ ਜੀ ਨੇ ਘੋੜਾ ਨਹੀਂ ਸੀ ਖਰੀਦਿਆ, ਗੁਰੂ ਹਰਗੋਬਿੰਦ ਸਾਹਿਬ ਨੇ ਖਰੀਦਿਆ ਸੀ। ਜਦੋਂ ਆਪਣੀ ਰਕਮ ਲੈਣ ਆਇਆ, ਗੁਰੂ ਸਾਹਿਬ ਤੰਬੂ ਵਿੱਚੋਂ ਬਾਹਰ ਨਹੀਂ ਨਿਕਲੇ, ਹਾਲਾਂਕਿ ਜਾਗ ਰਹੇ ਸਨ। ਇਹ ਕਵੀ ਕਹਿ ਰਿਹਾ ਹੈ। ਕਿਉਂ ਸਿੱਧੇ ਢੰਗ ਨਾਲ ਇਹ ਬਾਬਾ ਬੁੱਢਾ ਜੀ ਦੀ ਤੋਹੀਨ ਕੀਤੀ, ਉਹਨਾਂ ਦੇ ਮੂੰਹ ਚੋਂ ਕੌੜੇ ਕਸੈਲੇ ਗਾਲੀਆਂ ਵਾਲੇ ਬੋਲ ਬੁਲਾ ਕੇ ਅੱਗੋਂ ਤੋਹੀਨ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ, ਵੀ ਉਹ ਜਾਣ ਬੁੱਝ ਕੇ ਤੰਬੂ ਚੋਂ ਬਾਹਰ ਨਹੀਂ ਆਏ, ਨਹੀਂ ਤਾਂ ਗੱਲਾਂ ਸਾਰੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣ ਰਹੀਆਂ ਸਨ। ਕਿਉਂਕਿ ਜਦੋਂ ਬਾਹਰ ਆ ਕੇ ਗੁਰੂ ਹਰਗੋਬਿੰਦ ਸਾਹਿਬ ਗੱਲ ਕਰਦੇ ਨੇ, ਉਸ ਜ਼ਾਹਰ ਹੁੰਦਾ, ਉਹ ਕਵੀ ਜ਼ਾਹਰ ਕਰਦਾ, ਕਿਉਂਕਿ ਸਾਰੀ ਕਹਾਣੀ ਜਿਹੜੀ ਪਲੈਨਿੰਗ ਸਭ ਕੁਛ ਇਹ ਕਵੀ ਦੀ ਖੁਦ ਬਣਾਈ ਹੋਈ ਹੈ। ਨਹੀਂ ਤਾਂ ਕਵੀ ਦੇ ਇਸ ਲਿਖਣ ਤੋਂ 200 ਸਾਲ ਪਹਿਲਾਂ ਇਹ ਸਾਰੀ ਕਹਾਣੀ ਵਾਪਰ ਚੁੱਕੀ ਸੀ। ਕਵੀ ਨੂੰ ਕਿੱਥੋਂ ਸੁਪਨਾ ਆਇਆ? 200 ਸਾਲ ਦੀ ਗੱਲ ਕੌਣ ਯਾਦ ਰੱਖ ਸਕਦਾ ਹੈ? ਅਗਰ ਚਸ਼ਮ ਦੀ ਗਵਾਹ ਵੀ ਹੋਵੇ, ਉਸ ਨੂੰ ਵੀ 200 ਸਾਲ ਪਹਿਲਾਂ ਹੋਈ ਗੱਲ ਕਿਸੇ ਨੂੰ ਯਾਦ ਨਹੀਂ ਰਹਿੰਦੀ, ਕਿਉਂਕਿ ਕਹਾਣੀ ਇਸ ਗ੍ਰੰਥ ਲਿਖੇ ਅਨੁਸਾਰ ਇਹ ਹੈਗੀ ਹੈ ਸਨ 1628 ਦੀ, ਅਤੇ ਗ੍ਰੰਥ ਲਿਖਿਆ ਗਿਆ 1830 ਤੋਂ ਬਾਅਦ ਦੇ ਵਿੱਚ 40 'ਚ 45 'ਚ, ਜਦੋਂ 45 ਤੱਕ ਇਸ ਕਵੀ ਦੀ ਉਮਰ ਹੈ। 1845 ਤੱਕ ਕਵੀ ਸੰਤੋਖ ਸਿੰਘ ਜੀ ਇਸ ਦੁਨੀਆ ਵਿੱਚ ਰਹੇ। ਸੋ 200 ਸਾਲ ਬਾਅਦ ਦੇ ਵਿੱਚ ਇਹ ਕਹਾਣੀਆਂ ਜਿਹੜੀਆਂ ਕਵੀ ਬਣਾ ਰਿਹਾ, ਉਹ ਸਿੱਖਾਂ ਨੇ ਉਸ ਨੂੰ ਆਪਣਾ ਇਤਿਹਾਸ ਕਰਕੇ ਮੰਨ ਲਿਆ। ਕੋਈ ਉਹਦੇ ਕੋਲ ਆਧਾਰ ਨਹੀਂ ਹੈ, ਉਸਨੇ ਕੋਈ ਰੈਫਰੈਂਸ ਨਹੀਂ ਦਿੱਤੀ ਕਿ ਮੈਂ ਫਲਾਣੇ ਗ੍ਰੰਥ ਤੋਂ ਦੇਖ ਕੇ ਲਿਖਿਆ, ਕੋਈ ਰੈਫਰੈਂਸ ਨਹੀਂ। ਉਸਨੇ ਇਹ ਕਿਹਾ ਮੈਂ ਭਾਈ ਰਾਮ ਕੋਇਰ ਤੋਂ ਸੁਣ ਕੇ ਲਿਖਿਆ ਹੈ, ਜਦ ਕਿ ਭਾਈ ਰਾਮ ਕੋਇਰ ਵੀ ਉਦੋਂ ਨਹੀਂ ਸਨ ਜਦੋਂ ਇਹ ਇਤਿਹਾਸ ਵਾਪਰਿਆ। ਭਾਵ ਰਾਮ ਕੋਇਰ ਨੂੰ ਵੀ ਕਿਸੇ ਤੋਂ ਸੁਣ ਕੇ ਲਿਖਿਆ ਸੀ, ਪਰ ਹੱਦ ਤਦ ਮੁੱਕ ਜਾਂਦੀ ਹੈ ਜਦੋਂ ਕਵੀ ਇਹ ਲਿਖ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਟੈਂਟ ਦੇ ਵਿੱਚ ਜਦੋਂ ਉਹਨਾਂ ਨੇ ਸਾਰੀ ਕਹਾਣੀ ਸੁਣੀ, ਉਹ ਕੀ ਸੋਚਦੇ ਸੀ ਵੀ ਹੁਣ ਮੈਂ ਕੀ ਜਵਾਬ ਦੇਵਾਂਗਾ, ਮੇਰੀ ਮਾਤਾ ਕੀ ਕਹੇਗੀ। ਮਤਲਬ ਉਹ ਕੀ ਸੋਚ ਰਹੇ ਸੀ, ਕਵੀ ਨੂੰ ਕਿਸ ਨੇ ਦੱਸ ਦਿੱਤਾ ਉਹ ਕੀ ਸੋਚ ਰਹੇ ਸੀ? ਹੈਰਾਨਗੀ ਦੀ ਗੱਲ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਅੰਦਰ ਕੀ ਸੋਚਿਆ ਉਹ ਤਾਂ ਉਹ ਹੀ ਜਾਣ ਸਕਦੇ ਆ, ਹੋਰ ਕੋਈ ਨਹੀਂ ਦੱਸ ਸਕਦਾ। ਉਹਨੇ ਰਾਮਚੰਦਰ ਦੀ ਕਹਾਣੀ ਲਾ ਲਈ, ਉਹਨੂੰ ਵੀ ਸ਼ਰਾਪ ਮਿਲਿਆ ਸੀ। ਫਿਰ ਕਹਾਣੀ ਸ਼੍ਰੀ ਕ੍ਰਿਸ਼ਨ ਦੀ ਯਾਦ ਕਰ ਲਈ ਕਿ ਉਹਨੂੰ ਵੀ ਸ਼ਰਾਪ ਮਿਲਿਆ ਸੀ, ਉਹਦਾ ਸਾਰਾ ਕਬੀਲਾ ਖਤਮ ਹੋ ਗਿਆ ਸੀ, ਉਹਦੀ ਕੋਈ ਜੜ ਨਹੀਂ ਬਚੀ ਸੀ। ਉਹ ਕਹਾਣੀਆਂ ਇਹ ਦੱਸ ਰਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਅੰਦਰ ਬੈਠੇ ਬੈਠੇ ਆਹ ਸੋਚ ਰਹੇ। ਕਮਾਲ ਦੀ ਗੱਲ ਹੈ, ਜੋ ਮਰਜ਼ੀ ਕਹਾਣੀ ਕੱਢ ਲਓ। ਫਿਰ ਹੱਦ ਟੱਪ ਗਿਆ ਕਵੀ ਜਦੋਂ ਇਹ ਲਿਖ ਰਿਹਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੰਬੂ ਤੋਂ ਬਾਹਰ ਆਏ, ਉਹ ਮਖਰੀ ਹਾਸੀ ਹੱਸ ਰਹੇ ਸੀ, ਮਿੰਨਾ ਹੱਸ ਰਹੇ ਸੀ। ਕਿੱਦਾਂ ਮਿੰਨਾ ਹੱਸਦਾ? ਕੌਣ? ਜਦੋਂ ਕਿਸੇ ਨੌਜਵਾਨ ਨੂੰ ਕੋਈ ਰਿਸ਼ਤਾ ਆਉਂਦਾ, ਉਹ ਆਪਣੇ ਰਿਸ਼ਤੇ ਬਾਰੇ ਗੱਲ ਸੁਣਦਾ, ਲੜਕੀ ਕੋਈ ਆਪਣੇ ਰਿਸ਼ਤੇ ਬਾਰੇ ਗੱਲ ਸੁਣਦੀ, ਉਹ ਅੰਦਰ ਲੱਡੂ ਭੋਰਦੇ, ਉਹ ਮਿੰਨਾ ਹੱਸਣਾ ਹੁੰਦਾ। ਕਵੀ ਨੇ ਇਹ ਤੋਹਮਤ, ਇਹ ਇਲਜ਼ਾਮ ਵੀ ਗੁਰੂ ਹਰਗੋਬਿੰਦ ਸਾਹਿਬ 'ਤੇ ਲਾ ਦਿੱਤਾ ਕਿ ਬਾਬਾ ਬੁੱਢਾ ਜੀ ਨੇ ਤਾਂ ਸਿਰਫ ਸ਼ਰਾਪ ਦਿੱਤਾ ਸੀ ਵੀ
ਉਹਦਾ ਜਵਾਈ ਬਣ ਜਾਓ। ਪਰ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਤਿਆਰ ਸੀ ਜਵਾਈ ਬਣ ਲਈ। ਕਮਾਲ ਦੀ ਗੱਲ ਹੈ, ਹੱਦ ਹੋ ਗਈ। ਫਿਰ ਅੱਗੇ ਸੁਣੋ, ਅੱਗੇ ਕਿੱਦਾਂ ਦਲੀਲ ਕਰਦਾ ਹੈ ਬਾਬਾ ਬੁੱਢਾ ਜੀ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ, ਸਿੱਖੀ ਨੂੰ। ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਤੰਬੂ ਤੋਂ ਬਾਹਰ ਆਉਂਦੇ ਨੇ ਤਾਂ ਉਹ ਕਹਿੰਦੇ ਨੇ, ਬਾਬਾ ਜੀ ਤੁਸੀਂ ਇਹ ਕੀ ਕੀਤਾ? ਉਹ ਤੁਰਕ ਨੇ, ਉਹ ਤੁਰਕਣੀ ਹੈ, ਤੁਸੀਂ ਮੈਨੂੰ ਉਹਨਾਂ ਤੁਰਕਾਂ ਦਾ ਜਵਾਈ ਬਣਾ ਦਿੱਤਾ। ਇਹ ਮੇਲ ਕਿੱਦਾਂ ਮਿਲਦਾ ਹੈ? ਮੇਰੀ ਮਾਤਾ ਕੀ ਕਹੇਗੀ, ਸਿੱਖ ਕੀ ਕਹਿਣਗੇ? ਇਹ ਤੁਰਕਣੀ ਦਾ ਮੇਰਾ ਮੇਲ ਕਿੱਦਾਂ ਹੋ ਗਿਆ? ਤਾਂ ਬਾਬਾ ਬੁੱਢਾ ਜੀ ਪਤਾ ਕੀ ਕਹਿੰਦੇ ਆ? ਦੇਖੋ ਕਿਆ ਖੂਬ ਹੈ ਕਿ ਉਸਨੇ ਬਹੁਤ ਤਪ ਕੀਤਾ। ਤੇਰੇ ਕੋਲ ਪ੍ਰਵਾਨ ਹੋਣ ਲਈ ਕੌਲਾਂ ਨੇ ਬਹੁਤ ਤਪ ਕੀਤਾ। ਮਤਲਬ ਤਪ ਕਰਨਾ ਗੁਰਮਤ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਕਿ ਤਪ ਕਰਨਾ ਗੁਰਮਤ ਨਹੀਂ ਹੈ। ਸਰੀਰ ਨੂੰ ਕਸ਼ਟ ਦੇਣੇ ਗੁਰਮਤ ਨਹੀਂ ਹੈ। ਕਿੰਨੇ ਬਾਣੀ ਦੇ ਆਪਾਂ ਪ੍ਰਮਾਣ ਲੈ ਸਕਦੇ ਹਾਂ। ਤਨ ਨਾ ਤਪਾਏ ਤਨੂਰ ਜਿਉ ਪੜ੍ਹਦੇ ਹਾਂ ਨਾ, ਵਾਲਣ ਹੱਡ ਨਾ ਵਾਲ ਪੜ੍ਹਦੇ ਹਾਂ। ਵੀ ਇਹ ਤਪ ਦਾ ਤਾਂ ਕੋਈ ਵਿਧਾਨ ਨਹੀਂ। ਪਰ ਲਿਖਾਰੀ ਨੇ ਬਾਬਾ ਬੁੱਢਾ ਜੀ ਦੇ ਮੁਖਾਰਬਿੰਦ ਤੋਂ ਇਹ ਬੁਲਾਇਆ ਕਿ ਕੌਲਾਂ ਨੇ ਬਹੁਤ ਤਪ ਕੀਤਾ, ਇਸ ਲਈ ਕਿ ਉਹ ਪ੍ਰਵਾਨ ਚੜ੍ਹ ਜਾਏ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ। ਅੱਗੇ ਹਾਲੇ ਵੀ ਤਸੱਲੀ ਨਹੀਂ ਹੋਈ ਕਵੀ ਦੀ, ਅੱਗੇ ਹੋਰ ਕਰਦਾ ਹੈ। ਬਾਬਾ ਬੁੱਢਾ ਜੀ ਇਹ ਕਹਿ ਰਹੇ ਨੇ ਉਹਦਾ ਜਨਮ ਜਿਹੜਾ ਤੁਰਕਾਂ ਦੇ ਘਰ ਦਾ ਹੈ, ਪਰ ਉਹ ਚੰਦਰਮਾ ਦੇ ਸਾਰੇ ਵਰਤ ਰੱਖਦੀ ਹੈ। ਭਾਵ ਜਿਹੜੇ ਵਰਤ ਰੱਖਣੇ ਆ ਇਹ ਵੀ ਗੁਰਮਤ ਹੈ। ਜਿਹੜਾ ਕੋਈ ਵਰਤ ਰੱਖੇ ਉਹ ਸਿੱਖੀ ਵਿੱਚ ਪ੍ਰਵਾਨ ਚੜ੍ਹ ਜਾਂਦਾ। ਇਹ ਵੀ ਬਾਬਾ ਬੁੱਢਾ ਜੀ ਦੇ ਮੁਖ ਤੋਂ ਕਢਵਾ ਦਿੱਤਾ ਔਰ ਉਹ 'ਤੇ ਮੋਹਰ ਗੁਰੂ ਹਰਗੋਬਿੰਦ ਸਾਹਿਬ ਦੀ ਲਵਾ ਦਿੱਤੀ। ਭਾਵ ਉਹਨਾਂ ਨੇ ਕਿਹਾ ਇੱਕ ਤਪ ਕਰਦੀ ਹੈ, ਇੱਕ ਚੰਦਰਮਾ ਦੇ ਵਰਤ ਰੱਖਦੀ ਹੈ ਤੇ ਪ੍ਰਵਾਨ ਹੋਣੀ ਚਾਹੀਦੀ ਹੈ। ਹੁਣ ਅੱਗੇ ਹੋਰ ਖਤਰਨਾਕ ਹੈ ਭਾਈ। ਅੱਗੇ ਖਤਰਨਾਕ ਇਹ ਹੈ, ਹੁਣ ਉਹ ਵਰ ਸਰਾਫ ਜਿਹੜਾ ਆਪਣੇ ਆਪ ਹੋਵੇ ਉਸ ਨੂੰ ਸਿਰ ਮੱਥੇ ਮੰਨਿਆ ਜਾਂਦਾ ਹੈ। ਉਸ ਨੂੰ ਪੂਰਾ ਕਰਨ ਲਈ ਤੁਸੀਂ ਕੋਸ਼ਿਸ਼ ਕਰੋ। ਇਹਦਾ ਮਤਲਬ ਤੁਹਾਡੀ ਸਹਿਮਤੀ ਹੈ, ਤੁਹਾਡਾ ਇੰਟਰਸਟ ਹੈ, ਤੁਹਾਡੀ ਦਿਲਚਸਪੀ ਹੈ। ਹੁਣ ਕਵੀ ਜੀ ਦਿਖਾ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਮੂੰਹ ਧੋਤਾ, ਚੰਗੀ ਤਰ੍ਹਾਂ ਸਫਾਈ ਕੀਤੀ, ਸੋਹਣਾ ਕਲੀਆਂ ਵਾਲਾ ਕੁੜਤਾ ਪਾਇਆ, ਸੋਹਣੀ ਮਾਲਾ ਗਲ ਵਿੱਚ ਪਾਈ, ਸੋਨੇ ਦੇ ਕੈਂਠੇ ਪਾਏ, ਸੋਹਣੀ ਪੱਗ ਹੀਰਿਆਂ ਜੜੀ ਬੱਧੀ, ਪੂਰੀ ਟੌਰ ਸ਼ੌਰ ਕੱਢ ਕੇ ਗੁਰੂ ਹਰਗੋਬਿੰਦ ਸਾਹਿਬ ਆਪਣਾ ਘੋੜਾ ਲੈ ਕੇ ਤਾਂ ਉਹ ਘਰੋਂ ਬਾਹਰ ਨਿਕਲੇ। ਕਾਹਦੇ ਲਈ? ਕੌਲਾਂ ਦੇ ਦਰਸ਼ਨ ਕਰਨ ਜਾਂ ਕੌਲਾਂ ਨੂੰ ਦਰਸ਼ਨ ਦੇਣ ਲਈ। ਜਿੱਥੇ ਕਾਜੀ ਦਾ ਘਰ ਸੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਪਹੁੰਚ ਗਏ ਤੇ ਜਾ ਕੇ ਆਪਣੇ ਘੋੜੇ ਨੂੰ ਨਚਾਉਣ ਲੱਗ ਗਏ। ਘੋੜੇ ਨੂੰ ਨਚਾਉਣ ਲੱਗ ਗਏ। ਜੇ ਕਿਸੇ ਨੇ ਗਲੀ 'ਚੋਂ ਗੁਜ਼ਰਨਾ ਹੋਵੇ ਤਾਂ ਉਹ ਗੁਜ਼ਰ ਜਾਂਦਾ। ਘੋੜੇ 'ਤੇ ਗੁਜ਼ਰਨ ਨੂੰ ਕਿੰਨਾ ਕੁ ਟਾਈਮ ਲੱਗਦਾ। ਭਾਵ ਉਹਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਜਾ ਕੇ ਘੋੜੇ ਨੂੰ ਨਚਾਉਣ ਲੱਗ ਗਏ। ਕੌਲਾਂ ਘੋੜੇ ਦੀ ਆਵਾਜ਼ ਸੁਣ ਕੇ ਆਈ, ਦੇਖਿਆ ਦਰਵਾਜ਼ੇ ਦੇ ਪਿੱਛੋਂ ਦੀ, ਬਾਅਦ ਵਿੱਚ ਇੰਨੀ ਮਗਨ ਹੋ ਗਈ ਉਸਨੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ੇ 'ਚ ਆ ਕੇ ਖੜੀ ਹੋ ਕੇ ਇੱਕ ਟਿਕਟਿਕੀ ਲਗਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਨੂੰ ਤੱਕ ਰਹੀ ਹੈ, ਉਸਦੇ ਸੁਹੱਪਣ ਨੂੰ ਤੱਕ ਰਹੀ ਹੈ, ਉਸਦੀ ਸੁੰਦਰਤਾ ਨੂੰ ਤੱਕ ਰਹੀ ਹੈ। ਨਿਗਾਹ ਇੱਧਰ ਉੱਧਰ ਨਹੀਂ ਕਰਦੀ। ਉੱਧਰ ਗੁਰੂ ਹਰਗੋਬਿੰਦ ਸਾਹਿਬ ਵੀ ਘੋੜੇ ਨੂੰ ਟਪਾ ਰਹੇ ਨੇ, ਨਚਾ ਰਹੇ ਨੇ, ਉਹ ਵੀ ਗਾਹਾਂ ਨਹੀਂ ਲੰਘਦੇ। ਇੰਨਾ ਲੰਮਾ ਸਮਾਂ ਹੋ ਗਿਆ, ਇੰਨੀ ਇੱਕ ਦੂਜਾ ਦਾ ਜੋੜ ਹੋ ਗਿਆ ਦੋਨਾਂ ਦਾ, ਤੇ ਉੱਧਰੋਂ ਕਾਜ਼ੀ ਆ ਗਿਆ। ਪਰ ਫਿਰ ਵੀ ਕੌਲਾਂ ਨੇ ਆਪਣੀ ਨਿਗਾਹ ਨਹੀਂ ਹਟਾਈ। ਤੇ ਅੱਗੇ ਅਸੀਂ ਇਸ ਦੀ ਵਿਚਾਰ ਅਗਲੀ ਵੀਡੀਓ ਵਿੱਚ ਕਰਾਂਗੇ। ਅੰਦਾਜ਼ਾ ਲਗਾ ਲਓ ਕਿ ਗੁਰੂ ਸਾਹਿਬਾਨ ਨੂੰ ਇਸ ਕਵੀ ਨੇ ਕਿਸ ਤਲ 'ਤੇ ਲਿਆ ਕੇ ਖੜਾ ਕਰ ਦਿੱਤਾ,
ਕਿਸ ਜਗ੍ਹਾ ਲਿਆ ਕੇ ਖੜਾ ਕਰ ਦਿੱਤਾ। ਹੁਣ ਤੱਕ ਜੋ ਅਸੀਂ ਇਤਿਹਾਸ ਪੜ੍ਹਦੇ ਸੁਣਦੇ ਆਏ ਸੀ ਕਿ ਵੀ ਮਾਤਾ ਕੌਲਾਂ ਸ਼ਰਧਾ ਬਸ ਸਿੱਖੀ ਧਾਰਨ ਕਰਕੇ ਸਿੱਖ ਧਰਮ ਵਿੱਚ ਆਈ ਸੀ, ਗੁਰੂ ਸਾਹਿਬ ਨੇ ਉਸ ਨੂੰ ਸਹਾਰਾ ਦਿੱਤਾ ਸੀ। ਪਰ ਆਹ ਜਿਹੜਾ ਚਿਤਰਨ, ਆਹ ਜਿਹੜੀ ਕਹਾਣੀ ਇਹ ਕਵੀ ਪੇਸ਼ ਕਰ ਰਿਹਾ, ਇਹ ਕੁਝ ਹੋਰ ਬਿਆਨ ਕਰ ਰਹੀ ਹੈ। ਇਹ ਗੁਰੂ ਨੂੰ ਪੂਰੀ ਤਰ੍ਹਾਂ ਨਾਲ ਦਲੀਲ ਕਰ ਰਹੀ ਹੈ, ਗੁਰੂ ਦੀ ਬੇਪਤੀ ਕਰ ਰਹੀ ਹੈ। ਪਰ ਪਤਾ ਨਹੀਂ ਅਸੀਂ ਸਿੱਖ ਲੋਕ ਕਿਉਂ ਸੁੱਤੇ ਪਏ ਹਾਂ, ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਗੁਰਬਾਣੀ ਤਾਂ ਇਹ ਪੜ੍ਹਦੇ ਹਾਂ ਕਿ ਭਾਈ ਜਿਹੜਾ ਸਿੱਖ ਹੈ ਉਹ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਅਤੇ ਅਸੀਂ ਇਹ ਪੜ੍ਹਦੇ ਹਾਂ, ਗੁਰਬਾਣੀ ਦਾ ਸ਼ਬਦ ਹੈ, ਜਿਨ ਗੁਰ ਗੋਪਿਆ ਆਪਣਾ ਤੇ ਨਾਰ ਬੁਰਿਆਰੀ, ਹਰ ਜੀਓ ਤਿਨ ਕਾ ਦਰਸ਼ਨ ਨਾ ਕਰੋ ਪਾਪਿਸਟ ਹਤਿਆਰੀ। ਜਿਨ੍ਹਾਂ ਨੇ ਆਪਣੇ ਗੁਰੂ ਦੀ ਨਿੰਦਿਆ ਕੀਤੀ ਹੈ ਉਹ ਬਹੁਤ ਭੈੜੇ ਲੋਕ ਹੁੰਦੇ ਆ, ਪਾਪੀ ਹੁੰਦੇ ਆ, ਹਤਿਆਰੇ ਹੁੰਦੇ ਆ, ਅਤੇ ਗੁਰਮੁਖ ਖਜ਼ਾਨਾ ਉਹਦਾ ਦਰਸ਼ਨ ਨਹੀਂ ਕਰਦੇ। ਹੁਣ ਤੁਸੀਂ ਅੰਦਾਜ਼ਾ ਲਗਾਓ, ਜੇ ਕਹਾਣੀ ਅਸੀਂ ਹੁਣ ਸੁਣੀ ਆ ਹੁਣ ਤੱਕ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਤੋਂ, ਇਸ ਸਾਰੀ ਕਹਾਣੀ ਵਿੱਚ ਗੁਰੂ ਦੀ ਇੱਜ਼ਤ ਹੋ ਰਹੀ ਹੈ, ਗੁਰੂ ਦਾ ਮਾਣ ਵੱਧ ਰਿਹਾ ਜਾਂ ਗੁਰੂ ਦੀ ਤੋਹੀਨ ਹੋ ਰਹੀ ਹੈ, ਇਹ ਮੈਂ ਫੈਸਲਾ ਨਹੀਂ ਕਰ ਸਕਦਾ। ਮੇਰੇ ਮਨ ਨੂੰ ਬਹੁਤ ਦੁੱਖ ਹੈ ਕਿ ਅਜਿਹੇ ਗ੍ਰੰਥ ਨੂੰ ਸਿੱਖ ਕਿਉਂ ਇੰਨਾ ਪਿਆਰ ਕਰਦੇ ਨੇ, ਕਿਉਂ ਉਸ ਨੂੰ ਆਪਣੇ ਗਲ ਨਾਲ ਲਾ ਕੇ ਰੱਖਿਆ, ਕਿਉਂ ਸਿੱਖਾਂ ਨੇ ਉਸ ਨੂੰ ਰੁਮਾਲੇ ਪਾ ਪਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਸ ਦੀ ਕਥਾ ਕਰੀ ਜਾਂਦੇ। ਮੇਰੀ ਸਮਝ ਤੋਂ ਬਾਹਰੀ ਹੈ। ਅਗਰ ਕਿਸੇ ਨੂੰ ਹਾਲੇ ਵੀ ਇਹ ਗ੍ਰੰਥ ਬਹੁਤ ਪਿਆਰਾ ਲੱਗਦਾ, ਬਹੁਤ ਚੰਗਾ ਲੱਗਦਾ, ਉਹ ਆਜ਼ਾਦ ਹੈ, ਉਹਦੀ ਮਰਜ਼ੀ ਹੈ। ਪਰ ਮੈਨੂੰ ਇੱਕ ਸਿੱਖ ਹੋਣ ਦੇ ਨਾਤੇ ਬਹੁਤ ਦੁੱਖ ਹੈ ਕਿ ਅਸੀਂ ਸਿੱਖ ਹੋ ਕੇ ਆਪਣੇ ਗੁਰੂ ਦੀ ਜਿੰਨੀ ਤੋਹੀਨ ਹੋ ਸਕਦੀ ਹੈ, ਜਿੰਨੀ ਜੜ ਪੁੱਟੀ ਜਾ ਸਕਦੀ ਹੈ, ਅਸੀਂ ਪੁੱਟਣ ਤੋਂ ਗੁਰੇਜ਼ ਨਹੀਂ ਕਰਦੇ। ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਸੱਚੇ ਸੁੱਚੇ ਸਿੱਖ ਮੰਨਦੇ ਹਾਂ। ਅੱਜ ਦੀ ਵੀਡੀਓ ਇੰਨੀ ਹੈ। ਵਿਚਾਰ ਕਰਦੇ ਹਾਂ ਕੋਈ ਇਤਿਹਾਸਕ ਗਲਤੀ ਹੋ ਗਈ ਹੋਵੇ ਤਾਂ ਮੁਆਫੀ ਬਖਸ਼ਣਾ। ਅੱਗੇ ਅਸੀਂ ਇਸੇ ਤਰ੍ਹਾਂ ਵਿਚਾਰ ਲੜੀ ਨੂੰ ਲਗਾਤਾਰ ਜਾਰੀ ਰੱਖਾਂਗੇ। ਬੇਨਤੀ ਇਹੀ ਹੈ ਕਿ ਜਿਹੜੇ ਵੀਰ ਭੈਣ ਸੱਚ ਦੀ ਖੋਜ, ਇਤਿਹਾਸ ਦੀ ਖੋਜ, ਨਵੀਂ ਗੱਲ ਨੂੰ ਜਾਣਨਾ ਚਾਹੁੰਦੇ ਆ ਕਿ ਸਾਡਾ ਸਿੱਖ ਧਰਮ ਖੜੋਤ ਵਿੱਚ ਕਿਉਂ ਹੈ, ਇਹ ਅੱਗੇ ਕਿਉਂ ਨਹੀਂ ਵੱਧ ਰਿਹਾ, ਉਹ ਚੀਜ਼ਾਂ ਲੱਭ ਲੱਭ ਕੇ ਅਸੀਂ ਸੰਗਤਾਂ ਸਾਹਮਣੇ ਪੇਸ਼ ਕਰਾਂਗੇ। ਇਹ ਗ੍ਰੰਥ ਨੇ ਜਿਹੜੇ ਅਸੀਂ ਆਪਣੇ ਬੁੱਕਲ ਵਿੱਚ ਲਏ ਹੋਏ ਨੇ, ਛਾਤੀ ਨਾਲ ਲਾਏ ਹੋਏ ਨੇ, ਸਿਰ 'ਤੇ ਚੁੱਕੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿੰਨੇ ਗ੍ਰੰਥ ਹੈ ਉਹਨਾਂ ਦੇ ਵਿਸ਼ਲੇਸ਼ਣ ਹਰ ਸਿੱਖ ਨੂੰ ਕਰਨਾ ਬਣਦਾ ਹੈ, ਸੋਚਣਾ ਬਣਦਾ ਹੈ ਕਿ ਇਹ ਗੁਰੂ ਦੀ ਉਸਤਤ ਕਰ ਰਹੇ ਨੇ ਜਾਂ ਗੁਰੂ ਦੀ ਨਿਰਾਦਰੀ ਕਰ ਰਹੇ ਨੇ। ਅਗਰ ਗੁਰੂ ਦੀ ਨਿਰਾਦਰੀ ਕਰ ਰਹੇ ਨੇ, ਇਹਨਾਂ ਤੋਂ ਖਹਿੜਾ ਛਡਾਉਣਾ ਸਾਡਾ ਫਰਜ਼ ਹੈ। ਵੀਡੀਓ ਨੂੰ ਸ਼ੇਅਰ ਕਰੋ ਔਰ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਹ ਜਿਹੜਾ ਸੱਚ ਦਾ ਗਿਆਨ ਹੈ ਇਹ ਦੂਰ ਤੱਕ ਹਰ ਸਿੱਖ ਦੇ ਘਰ ਤੱਕ ਪੁੱਜ ਸਕੇ। ਆਓ ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।